बगैर यीशु ना मेरी पनाह, आया कोल तेरे बख्शी गुनाह। तेथों बगैर यीशु ना मेरी पनाह, आया कोल तेरे बख्शी गुनाह। मेरी है आस तेरे उते खुदाया, जीवन नवा मैं तेथों पावन आया। मेरी है आस तेरे उते खुदाया, जीवन नवा मैं तेथों पावन आया। पांच जिंद ढूंढी जाती है फना, आया कोल तेरे बख्शी गुनाह। तेथों बगैर यीशु ना मेरी पनाह, आया कोल तेरे बख्शी गुनाह। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਰਿਟਰੀਟ ਦੇ ਤੀਸਰੇ ਦਿਨ ਵਿੱਚ ਹਾਂ। ਆਓ ਅਸੀਂ ਅੱਜ ਦੇ ਦਿਨ ਦੀ ਸ਼ੁਰੂਆਤ ਇਸ ਪਵਿੱਤਰ ਕੁਰਬਾਨੀ ਦੇ ਨਾਲ ਕਰੀਏ। ਪਿਛਲੇ 2 ਦਿਨਾਂ ਦੌਰਾਨ ਪ੍ਰਭੂ ਵਚਨ ਦੇ ਰਾਹੀਂ ਸਾਡੀ ਅਗਵਾਈ ਕਰ ਰਿਹਾ ਸੀ। ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਆਪਣੇ ਆਪ ਉੱਤੇ ਪ੍ਰਭੂ ਦੇ ਵਚਨ ਦੇ ਉੱਤੇ ਲਗਾਤਾਰ ਧਿਆਨ ਕਰਦੇ ਆ ਰਹੇ ਸੀ। ਆਓ ਅਸੀਂ ਅੱਜ ਦੇ ਦਿਨ ਨੂੰ ਵੀ ਪ੍ਰਭੂ ਨੂੰ ਸਮਰਪਿਤ ਕਰੀਏ ਅਤੇ ਨਾਲ ਹੀ ਨਾਲ ਪ੍ਰਾਰਥਨਾ ਕਰੀਏ ਕਿ ਅੱਜ ਦਾ ਦਿਨ ਵੀ ਸਾਡੇ ਸਾਰਿਆਂ ਦੇ ਲਈ ਬਰਕਤ ਦਾ ਭਰਪੂਰ ਵਸੀਲਾ ਬਣ ਜਾਵੇ। ਇਸ ਪਵਿੱਤਰ ਕੁਰਬਾਨੀ ਵਿੱਚ ਯੋਗ ਢੰਗ ਦੇ ਨਾਲ ਹਿੱਸਾ ਲੈਣ ਦੇ ਲਈ ਆਓ ਅਸੀਂ ਆਪਣੇ ਗੁਨਾਹਾਂ ਗਲਤੀਆਂ ਨੂੰ ਯਾਦ ਕਰੀਏ, ਖੁਦਾ ਦੇ ਕੋਲੋਂ ਮਾਫੀ ਮੰਗੀਏ ਤੇ ਪ੍ਰਾਰਥਨਾ ਕਰੀਏ। ਐ ਮਿਹਰਬਾਨ ਖੁਦਾ ਬਾਪ, ਤੇਰੀ ਮਰਜ਼ੀ ਸੀ ਕਿ ਸਾਡੇ ਲਈ ਤੇਰਾ ਆਗਿਆਕਾਰ ਬੇਟਾ ਸਲੀਬ ਦਾ ਜੁੱਲਾ ਆਪਣੇ ਉੱਤੇ ਲੈ ਲਵੇ, ਤਾਂ ਜੋ ਸਾਨੂੰ ਵੈਰੀ ਸ਼ੈਤਾਨ ਦੇ ਫੰਦਿਆਂ ਤੋਂ ਛੁਟਕਾਰਾ ਮਿਲੇ। ਬਖਸ਼ ਦੇ ਕਿ ਅਸੀਂ ਤੇਰੇ ਸੇਵਕ ਜੀ ਉੱਠਣ ਦੀ ਮਹਿਮਾ ਤੱਕ ਪਹੁੰਚ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਦੇ ਵਿੱਚ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕ ਆਮੀਨ। ਯਸ਼ਾਇਆ ਨਬੀ ਦੀ ਪੁਸਤਕ, ਉਸ ਦਾ 50 ਬਾਬ, ਉਸ ਦੀ 4 ਐਤ ਤੋਂ ਲੈ ਕੇ 9 ਐਤ ਤੱਕ। ਪ੍ਰਭੂ ਪਰਮੇਸ਼ਵਰ ਨੇ ਮੈਨੂੰ ਸਿਖਾਇਆ ਹੈ ਕਿ ਮੈਂ ਥੱਕੇ ਹੋਏ ਨੂੰ ਸਹਾਰਾ ਦੇਣ ਦੇ ਲਈ ਕੀ ਕਹਾਂ। ਹਰ ਸਵੇਰ ਨੂੰ ਉਹ ਮੈਨੂੰ ਉਸ ਦੇ ਸੁਣਨ ਲਈ ਉਤਾਵਲਾ ਕਰ ਦਿੰਦਾ ਹੈ ਜੋ ਉਹ ਮੈਨੂੰ ਸਿਖਾਉਣਾ ਚਾਹੁੰਦਾ ਹੈ। ਪ੍ਰਭੂ ਨੇ ਮੈਨੂੰ ਸਮਝ ਦਿੱਤੀ ਹੈ ਅਤੇ ਮੈਂ ਉਸ ਦਾ ਵਿਦਰੋਹ ਕਰਦਾ ਹਾਂ ਅਤੇ ਨਾ ਹੀ ਉਸ ਵੱਲੋਂ ਮੂੰਹ ਮੋੜਦਾ ਹਾਂ। ਮੈਂ ਆਪਣੇ ਮਾਰਨ ਵਾਲਿਆਂ ਸਾਹਮਣੇ ਆਪਣਾ ਪਿੰਡਾ ਨੰਗਾ ਕਰ ਦਿੰਦਾ ਹਾਂ ਅਤੇ ਉਹ ਜਦੋਂ ਮੇਰਾ ਅਪਮਾਨ ਕਰਦੇ ਹਨ ਜਾਂ ਮੇਰੀ ਦਾੜੀ ਦੇ ਵਾਲ ਪੁੱਟਦੇ ਹਨ ਜਾਂ ਮੇਰੇ ਮੂੰਹ ਤੇ ਥੁੱਕਦੇ ਹਨ ਤਾਂ ਮੈਂ ਉਹਨਾਂ ਨੂੰ ਰੋਕਦਾ ਨਹੀਂ ਹਾਂ। ਪਰ ਉਹਨਾਂ ਦਾ ਅਪਮਾਨ ਮੇਰਾ ਨੁਕਸਾਨ ਨਹੀਂ ਕਰ ਸਕਦਾ, ਕਿਉਂਕਿ ਪ੍ਰਭੂ ਪਰਮੇਸ਼ਵਰ ਮੇਰੀ ਮਦਦ ਕਰਦਾ ਹੈ। ਇਸ ਲਈ ਮੈਂ ਉਸ ਅਪਮਾਨ ਨੂੰ ਝੱਲਦਾ ਹਾਂ। ਮੈਂ ਜਾਣਦਾ ਹਾਂ ਕਿ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ, ਕਿਉਂਕਿ ਪਰਮੇਸ਼ਵਰ ਮੇਰੇ ਨੇੜੇ ਹੈ ਅਤੇ ਉਹ ਮੈਨੂੰ ਨਿਹਕਲੰਕ ਸਿੱਧ ਕਰੇਗਾ। ਕੀ ਕੋਈ ਨੁਕਸਾਨ, ਕੀ ਕੋਈ ਦੋਸ਼ੀ, ਕੀ ਕੋਈ ਮੈਨੂੰ ਦੋਸ਼ੀ ਸਿੱਧ ਕਰ ਸਕਦਾ ਹੈ? ਤਾਂ ਆਓ ਅਸੀਂ ਅਦਾਲਤ ਵਿੱਚ ਚੱਲੀਏ ਅਤੇ ਉਸ ਨੂੰ ਮੇਰੇ ਵਿਰੁੱਧ ਸਬੂਤ ਲਿਆਉਣ ਦਿਓ।
ਪ੍ਰਭੂ ਪਰਮੇਸ਼ਵਰ ਆਪ ਮੇਰਾ ਬਚਾਅ ਕਰੇਗਾ, ਫਿਰ ਮੈਨੂੰ ਦੋਸ਼ੀ ਕੌਣ ਠਹਿਰਾ ਸਕਦਾ ਹੈ? ਉਹ ਸਭ ਉਸ ਕੱਪੜੇ ਦੇ ਵਾਂਗ ਨਾਸ਼ ਹੋ ਜਾਣਗੇ ਜਿਸ ਨੂੰ ਕੀੜਾ ਖਾ ਜਾਂਦਾ ਹੈ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पाठ पवित्र अंजील संत मत्ती दे अनुसार। ਤੇਰੀ ਵਡਿਆਈ ਹੋਵੇ ਐ ਪ੍ਰਭੂ। तद 12 ਵਿੱਚੋਂ ਇੱਕ ਜੋ ਯਹੂਦਾ ਇਸਕਰਿਓਤੀ ਅਖਵਾਉਂਦਾ ਸੀ ਮਹਾਪੁਰੋਹਿਤਾਂ ਦੇ ਕੋਲ ਗਿਆ ਅਤੇ ਕਿਹਾ, ਜੇਕਰ ਉਸ ਨੂੰ ਮੈਂ ਤੁਹਾਡੇ ਹੱਥਾਂ ਵਿੱਚ ਦੇ ਦੇਵਾਂ ਤਾਂ ਤੁਸੀਂ ਮੈਨੂੰ ਕੀ ਦੇਵੋਗੇ? ਉਹਨਾਂ ਨੇ ਉਸ ਨੂੰ ਚਾਂਦੀ ਦੇ 30 ਸਿੱਕੇ ਦਿੱਤੇ। ਉਸੇ ਪਲ ਤੋਂ ਉਹ ਉਸ ਨੂੰ ਦਗੇ ਨਾਲ ਫੜਾਉਣ ਦੇ ਲਈ ਮੌਕਾ ਭਾਲਦਾ ਰਿਹਾ।
ਹੁਣ ਬੇਖਮੀਰੀ ਰੋਟੀ ਦੇ ਪਹਿਲੇ ਦਿਨ ਚੇਲੇ ਇਹ ਕਹਿੰਦੇ ਹੋਏ ਯਿਸੂ ਕੋਲ ਆਏ, ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਪਾਸਕਾ ਭੋਜਨ ਖਾਣ ਦੇ ਲਈ ਤਿਆਰੀ ਕਰੀਏ? ਯਿਸੂ ਨੇ ਕਿਹਾ, ਸ਼ਹਿਰ ਵਿੱਚ ਫਲਾਣੇ ਆਦਮੀ ਕੋਲ ਜਾਓ ਅਤੇ ਉਸ ਨੂੰ ਕਹੋ, ਗੁਰੂ ਜੀ ਕਹਿੰਦੇ ਹਨ, ਮੇਰਾ ਸਮਾਂ ਨੇੜੇ ਹੈ ਅਤੇ ਮੈਂ ਆਪਣੇ ਚੇਲਿਆਂ ਨਾਲ ਤੁਹਾਡੇ ਘਰ ਵਿੱਚ ਪਾਸਕਾ ਮਨਾਵਾਂਗਾ। ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਆਦੇਸ਼ ਦਿੱਤਾ ਸੀ ਅਤੇ ਉਹਨਾਂ ਨੇ ਪਾਸਕਾ ਦੀ ਤਿਆਰੀ ਕੀਤੀ। ਜਦੋਂ ਸ਼ਾਮ ਹੋਈ ਤਾਂ ਉਹ 12 ਚੇਲਿਆਂ ਦੇ ਨਾਲ ਭੋਜਨ ਕਰਨ ਦੇ ਲਈ ਬੈਠਿਆ। ਜਦੋਂ ਉਹ ਖਾ ਰਹੇ ਸਨ, ਉਸਨੇ ਕਿਹਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਤੁਹਾਡੇ ਵਿੱਚੋਂ ਇੱਕ ਮੇਰੇ ਨਾਲ ਦਗਾ ਕਰੇਗਾ। ਉਹ ਸਾਰੇ ਬਹੁਤ ਹੀ ਉਦਾਸ ਹੋ ਗਏ ਅਤੇ ਇੱਕੋ ਇੱਕ ਕਰਕੇ ਉਸ ਨੂੰ ਪੁੱਛਣ ਲੱਗੇ, ਪ੍ਰਭੂ ਜੀ, ਕੀ ਉਹ ਮੈਂ ਹਾਂ? ਉਸਨੇ ਉੱਤਰ ਦਿੱਤਾ, ਜਿਸ ਨੇ ਆਪਣਾ ਹੱਥ ਮੇਰੇ ਨਾਲ ਥਾਲੀ ਵਿੱਚ ਡੁਬੋਇਆ ਹੈ, ਉਹ ਮੇਰੇ ਨਾਲ ਦਗਾ ਕਰੇਗਾ। ਮਨੁੱਖ ਦਾ ਪੁੱਤਰ ਤਾਂ ਉਸੇ ਤਰ੍ਹਾਂ ਜਾਂਦਾ ਹੈ ਜਿਸ ਤਰ੍ਹਾਂ ਉਸ ਦੇ ਬਾਰੇ ਲਿਖਿਆ ਗਿਆ ਹੈ, ਪਰ ધિੱਕਾਰ ਹੈ ਉਸ ਆਦਮੀ ਤੇ ਜਿਸ ਦੇ ਰਾਹੀਂ ਮਨੁੱਖ ਦੇ ਪੁੱਤਰ ਦਾ ਵਿਸ਼ਵਾਸਘਾਤ ਕੀਤਾ ਜਾਏ। ਉਸ ਆਦਮੀ ਦੇ ਲਈ ਇਹ ਚੰਗਾ ਹੁੰਦਾ ਕਿ ਉਹ ਪੈਦਾ ਹੀ ਨਾ ਹੁੰਦਾ। ਯਹੂਦਾ ਨੇ, ਜੋ ਉਸ ਦਾ ਵਿਸ਼ਵਾਸਘਾਤ ਕਰਨ ਵਾਲਾ ਸੀ, ਕਿਹਾ, ਗੁਰੂ ਜੀ, ਕੀ ਉਹ ਮੈਂ ਹਾਂ? ਯਿਸੂ ਨੇ ਉਸ ਨੂੰ ਕਿਹਾ, ਤੂੰ ਇਹ ਆਪ ਹੀ ਕਿਹਾ ਹੈ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾ ਤੇ ਭੈਣੋ, ਆਓ ਅਸੀਂ ਅੱਜ ਦੀ ਅੰਜੀਲ ਦੇ ਉੱਤੇ ਧਿਆਨ ਕਰੀਏ। ਅੱਜ ਅਸੀਂ ਪਵਿੱਤਰ ਅੰਜੀਲ ਦੇ ਵਿੱਚੋਂ ਸੰਤ ਮੱਤੀ ਦੀ ਅੰਜੀਲ, ਉਸ ਦਾ 26 ਅਧਿਆਏ 14 ਐਤ ਤੋਂ ਲੈ ਕੇ 25 ਐਤ ਤੱਕ ਧਿਆਨ ਦੇ ਨਾਲ ਪ੍ਰਭੂ ਦਾ ਵਚਨ ਸੁਣਿਆ ਹੈ। ਜਦੋਂ ਮੈਂ ਇਹ ਵਚਨ ਦੇ ਉੱਤੇ ਧਿਆਨ ਕਰ ਰਿਹਾ ਸੀ ਤਾਂ ਮੇਰਾ ਧਿਆਨ ਇੱਕ ਜੋ ਇਸ ਵਚਨ ਦੇ ਵਿੱਚ ਇੱਕ ਲਾਈਨ ਹੈ ਉਸ ਉੱਤੇ ਗਿਆ ਅਤੇ ਉਹ ਲਾਈਨ ਇਹ ਹੈ, ਪ੍ਰਭੂ ਕਹਿੰਦਾ ਹੈ ਕਿ ਮੇਰਾ ਸਮਾਂ ਨੇੜੇ ਹੈ, ਮੈਂ ਆਪਣੇ ਚੇਲਿਆਂ ਦੇ ਨਾਲ ਤੁਹਾਡੇ ਘਰ ਦੇ ਵਿੱਚ ਪਾਸਕਾ ਮਨਾਵਾਂਗਾ। ਪ੍ਰਭੂ ਸਭ ਕੁਝ ਜਾਣਦਾ ਸੀ, ਪ੍ਰਭੂ ਜਾਣੀ ਜਾਣ ਸੀ। ਪ੍ਰਭੂ ਨੂੰ ਪਤਾ ਸੀ ਕਿ ਕੌਣ ਵਿਅਕਤੀ ਉਸ ਦਾ ਵਿਸ਼ਵਾਸਘਾਤ ਕਰਨ ਵਾਲਾ ਹੈ। ਜਦੋਂ ਚੇਲਿਆਂ ਦੀ ਚੋਣ ਹੋਈ ਸੀ, ਪ੍ਰਭੂ ਨੂੰ ਪਤਾ ਸੀ ਕਿ ਯਹੂਦਾ ਇਸਕਰਿਓਤੀ ਹੀ ਉਸ ਦਾ ਵਿਸ਼ਵਾਸਘਾਤ ਕਰੇਗਾ। ਸਭ ਗੱਲਾਂ ਤੋਂ ਜਾਣੂ ਸੀ, ਲੇਕਿਨ ਫਿਰ ਵੀ ਪ੍ਰਭੂ ਨੇ ਇਸ ਚੇਲੇ ਨੂੰ ਆਪਣੇ ਨਾਲ ਰੱਖਿਆ। ਦੂਸਰੀ ਗੱਲ, ਮੱਤੀ ਦੀ ਅੰਜੀਲ 21 ਅਧਿਆਏ ਉਹਦੀ 3 ਐਤ ਦੇ ਵਿੱਚ ਅਸੀਂ ਐਤਵਾਰ ਦੇ ਦਿਨ, ਖਜੂਰੀ ਐਤਵਾਰ ਵਾਲੇ ਦਿਨ ਪ੍ਰਭੂ ਦਾ ਵਚਨ ਸੁਣਿਆ ਸੀ। ਲਿਖਿਆ ਸੀ ਕਿ ਸ਼ਹਿਰ ਦੇ ਵਿੱਚ ਜਾਓ ਅਤੇ ਉੱਥੇ ਤੁਸੀਂ ਗਧੀ ਅਤੇ ਉਸ ਦੇ ਵਛੇਰੇ ਨੂੰ ਲੈ ਕੇ ਆਓ, ਤੇ ਜੇਕਰ ਕੋਈ ਪੁੱਛੇ ਤਾਂ ਤੁਸੀਂ ਕਹਿ ਦੇਣਾ, ਪ੍ਰਭੂ ਨੂੰ ਇਸ ਦੀ ਲੋੜ ਹੈ। ਦੇਖੋ, ਪ੍ਰਭੂ ਨੂੰ ਸਭ ਪਹਿਲਾਂ ਪਤਾ ਸੀ ਕਿ ਕਿਹੜੀ ਚੀਜ਼ ਕਿੱਥੇ ਹੈ, ਕੀ ਹੋਣ ਵਾਲਾ ਹੈ। ਪ੍ਰਭੂ ਸਭ ਤੋਂ ਜਾਣੂ ਸੀ। ਹੁਣ ਅੱਜ ਜਦ ਅਸੀਂ ਇਹ ਵਚਨ ਸੁਣਿਆ ਹੈ ਕਿ ਮੈਂ ਤੁਹਾਡੇ ਘਰ ਪਾਸਕਾ ਮਨਾਵਾਂਗਾ, ਪ੍ਰਭੂ ਨੂੰ ਪਤਾ ਸੀ ਕਿ ਕਿਸ ਦੇ ਘਰ ਉਸਨੇ ਪਾਸਕਾ ਮਨਾਉਣਾ ਹੈ। ਹੁਣ ਇਸ ਵਚਨ ਦਾ ਸਾਡੇ ਲਈ ਕੀ ਸੰਦੇਸ਼ ਹੈ? ਅੱਜ ਦੇ ਵਚਨ ਦੇ ਵਿੱਚ ਪ੍ਰਭੂ ਸਾਡੇ ਤੋਂ ਮੰਗ ਕਰਦਾ ਹੈ, ਉਹ ਚਾਹੁੰਦਾ ਹੈ ਕਿ ਉਹ ਸਾਡੇ ਨਾਲ ਆ ਕੇ ਪਾਸਕਾ ਦਾ ਭੋਜ ਕਰੇ। ਪ੍ਰਭੂ ਸਾਡੇ ਘਰਾਂ ਦੇ ਵਿੱਚ ਆਉਣਾ ਚਾਹੁੰਦਾ ਹੈ, ਸਾਡੇ ਪਰਿਵਾਰ ਦੇ ਜੀਆਂ ਦੇ ਨਾਲ ਮਿਲ ਕੇ ਭੋਜਨ ਕਰਨਾ ਚਾਹੁੰਦਾ ਹੈ। ਅੱਜ ਉਹ ਚੇਲਿਆਂ ਨੂੰ ਨਹੀਂ, ਉਸ ਵਿਅਕਤੀ ਨੂੰ ਨਹੀਂ, ਅੱਜ ਸਾਨੂੰ ਕਹਿ ਰਿਹਾ ਹੈ, ਸੈਮੂਅਲ, ਮੈਂ ਤੇਰੇ ਅਤੇ ਤੇਰੇ ਪਰਿਵਾਰ ਦੇ ਨਾਲ ਭੋਜਨ ਕਰਾਂਗਾ। ਮੁਖਤਾਰ,
ਮੈਂ ਤੇਰੇ ਅਤੇ ਤੇਰੇ ਪਰਿਵਾਰ ਦੇ ਨਾਲ ਭੋਜਨ ਕਰਾਂਗਾ, ਪਾਸਕਾ ਮਨਾਵਾਂਗਾ। ਮਾਰਥਾ, ਅੱਜ ਮੈਂ ਤੇਰੇ ਅਤੇ ਤੇਰੇ ਪਰਿਵਾਰ ਦੇ ਨਾਲ ਪਾਸਕਾ ਦਾ ਭੋਜਨ ਕਰਾਂਗਾ। ਕਿ ਅਸੀਂ ਪ੍ਰਭੂ ਨੂੰ ਆਪਣੇ ਘਰ ਦੇ ਵਿੱਚ ਸੱਦਾ ਦੇਣ ਦੇ ਲਈ ਅਸੀਂ ਤਿਆਰ ਹਾਂ। ਅਸੀਂ ਸੱਦਾ ਦਿੰਦੇ ਹਾਂ, ਅਸੀਂ ਸੱਦਾ ਦੇਈਏ ਪ੍ਰਭੂ ਨੂੰ। ਇਹਨਾਂ ਦਿਨਾਂ ਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਹਾਂ। ਸਾਕਰਾਮੈਂਟ ਤੌਰ ਤੇ ਅਸੀਂ ਪ੍ਰਭੂ ਨੂੰ ਆਪਣੇ ਦਿਲ ਦੇ ਵਿੱਚ ਸਵੀਕਾਰ ਨਹੀਂ ਕਰ ਸਕਦੇ ਹਾਂ। ਅਸੀਂ ਰੂਹਾਨੀ ਤੌਰ ਤੇ ਹੀ ਪ੍ਰਭੂ ਨੂੰ ਸੱਦਾ ਦੇਈਏ, ਹੇ ਪ੍ਰਭੂ ਮੇਰੇ ਦਿਲ ਵਿੱਚ ਆ ਜਾ, ਹੇ ਪ੍ਰਭੂ ਮੇਰੇ ਪਰਿਵਾਰ ਵਿੱਚ ਆ ਜਾ। ਮੈਂ ਤੈਨੂੰ ਸਾਕਰਾਮੈਂਟ ਦੇ ਵਿੱਚ ਗ੍ਰਹਿਣ ਨਹੀਂ ਕਰ ਸਕਦਾ ਹਾਂ, ਲੇਕਿਨ ਤੂੰ ਰੂਹਾਨੀ ਤੌਰ ਤੇ ਆ ਕੇ ਮੇਰੀ ਭੁੱਖ ਮਿਟਾ ਦੇ। ਇਹ ਸਾਡੀ ਰੋਜ਼ ਦੁਆ ਹੋਵੇ। ਪ੍ਰਕਾਸ਼ ਦੀ ਪੋਥੀ ਉਸ ਦਾ 3 ਅਧਿਆਇ 20 ਆਇਤ ਦੇ ਵਿੱਚ ਲਿਖਿਆ ਹੈ, ਪ੍ਰਭੂ ਕਹਿੰਦਾ ਹੈ, ਮੈਂ ਤੁਹਾਡੇ ਦਿਲ ਤੇ ਖੜਾ ਖਟਖਟਾ ਰਿਹਾ ਹਾਂ, ਤੁਸੀਂ ਦਰਵਾਜ਼ਾ ਖੋਲੋ, ਮੈਂ ਆ ਕੇ ਤੁਹਾਡੇ ਨਾਲ ਭੋਜਨ ਕਰਾਂਗਾ ਤੇ ਤੁਸੀਂ ਮੇਰੇ ਨਾਲ ਕਰੋਗੇ। ਦੇਖੋ ਕਿੰਨੇ ਸੋਹਣੇ ਵਚਨ ਨੇ। ਅਸੀਂ ਆਪਣੇ ਦਿਲਾਂ ਨੂੰ, ਆਪਣੇ ਪਰਿਵਾਰ ਦੇ ਜੋ ਘਰ ਦਾ ਜੋ ਦਰਵਾਜ਼ਾ ਉਸ ਨੂੰ ਖੋਲੀਏ ਪ੍ਰਭੂ ਦੇ ਲਈ, ਤਾਂ ਕਿ ਪ੍ਰਭੂ ਆ ਕੇ ਸਾਡੀ ਭੁੱਖ ਨੂੰ ਮਿਟਾ ਦੇਵੇ, ਸਾਡੇ ਡਰ ਨੂੰ ਖਤਮ ਕਰ ਦੇਵੇ। ਤੇ ਆਓ ਅਸੀਂ ਅੱਜ ਦੀ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਇਹੋ ਹੀ ਪ੍ਰਾਰਥਨਾ ਕਰੀਏ ਕਿ ਪ੍ਰਭੂ ਤੂੰ ਰੂਹਾਨੀ ਤੌਰ ਤੇ ਮੇਰੇ ਦਿਲ ਵਿੱਚ ਆ ਜਾ ਅਤੇ ਮੇਰੇ ਨਾਲ ਅਤੇ ਮੇਰੇ ਪਰਿਵਾਰ ਦੇ ਜੀਆਂ ਦੇ ਨਾਲ ਪਾਸਕਾ ਭੋਜਨ ਕਰ। ਐ ਪਿਆਰੇ ਖੁਦਾਵੰਦ, ਅੱਜ ਦੇ ਵਚਨ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਹੇ ਪ੍ਰਭੂ, ਸੱਚਮੁੱਚ ਸਾਡੀ ਰੂਹ ਤੇਰੇ ਲਈ ਤੜਪਦੀ ਹੈ। ਸਾਕਰਾਮੈਂਟ ਦੇ ਤੌਰ ਤੇ ਅਸੀਂ ਤੈਨੂੰ ਗ੍ਰਹਿਣ ਨਹੀਂ ਕਰ ਸਕਦੇ ਹਾਂ। ਬਹੁਤ ਸਾਰੇ ਭੈਣ ਭਰਾ ਆਪਣੇ ਘਰਾਂ ਦੇ ਵਿੱਚ ਬੈਠ ਕੇ ਇਸ ਪਵਿੱਤਰ ਕੁਰਬਾਨੀ ਵਿੱਚ ਹਿੱਸਾ ਲੈ ਰਹੇ ਹਨ। ਹੇ ਪ੍ਰਭੂ, ਰੂਹਾਨੀ ਤੌਰ ਤੇ ਇਹਨਾਂ ਦੇ ਦਿਲਾਂ ਦੇ ਵਿੱਚ ਵਾਸ ਕਰ। ਇਹਨਾਂ ਦੀਆਂ ਬਿਮਾਰੀਆਂ ਨੂੰ, ਇਹਨਾਂ ਦੀਆਂ ਪਰੇਸ਼ਾਨੀਆਂ ਨੂੰ, ਦੁੱਖਾਂ ਮੁਸੀਬਤਾਂ ਨੂੰ ਦੂਰ ਕਰ ਦੇ। ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। मन ते तन सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। जो मेरे हैं तो सब तेरा है दान, हर मेरे दिल विच रब तेरा है नाम। मालिक तू मेरा, खालिक तू मेरा, मेरे लिए सब कुछ बस तेरी है शान। मन ते तन सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। ਪਿਆਰੇ ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ, ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਇੱਜ਼ਤ ਅਤੇ ਵਡਿਆਈ ਲਈ, ਨਾਲੇ ਸਾਡੀ ਤੇ ਸਾਰੇ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਇੱਥੇ ਚੜਾਏ ਜਾਣ ਵਾਲੇ ਨਜ਼ਰਾਨਿਆਂ ਨੂੰ ਕਬੂਲ ਕਰ ਅਤੇ ਆਪਣੀ ਮਿਹਰ ਨਾਲ ਸਾਨੂੰ ਇਹ ਵਰਦਾਨ ਦੇ ਕਿ ਤੇਰੇ ਬੇਟੇ ਦੇ ਦੁੱਖ ਤਸੀਹਾਂ ਦੇ ਭੇਦ ਨੂੰ ਮਨਾਉਂਦੇ ਹੋਏ ਅਸੀਂ ਇਸ ਦੇ ਅਸਰਦਾਇਕ ਫਜ਼ਲ ਨੂੰ ਮਹਿਸੂਸ ਕਰ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ।
ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਸ ਦੀ ਜੀਵਨਦਾਈ ਮੌਤ ਅਤੇ ਜਲਾਲੀ ਜੀ ਉੱਠਣ ਦੇ ਦਿਨ ਨੇੜੇ ਆ ਰਹੇ ਹਨ। ਇਹ ਉਹ ਘੜੀ ਹੈ ਜਦੋਂ ਮਸੀਹ ਨੇ ਸ਼ੈਤਾਨ ਦੇ ਘਮੰਡ ਨੂੰ ਮਾਤ ਦੇ ਕੇ ਫਤਿਹ ਪਾਈ। ਇਹ ਉਹੀ ਸਮਾਂ ਹੈ ਜਦੋਂ ਅਸੀਂ ਆਪਣੀ ਮੁਕਤੀ ਦੀ ਮਹਾਨ ਘਟਨਾ ਦੀ ਯਾਦ ਨੂੰ ਮਨਾਉਂਦੇ ਹਾਂ। ਇਸ ਲਈ ਫਰਿਸ਼ਤਿਆਂ ਤੇ ਮਹਾਫਰਿਸ਼ਤਿਆਂ ਅਤੇ ਸਾਰੇ ਸਵਰਗੀ ਲਸ਼ਕਰਾਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉੱਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ। ਉੱਚਾਈਆਂ ਵਿੱਚ ਹੋਸਾਨਾ। ਹੈ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਦੇ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਦੇ ਲਈ ਸੌਂਪਦੇ ਹੋਏ ਰੋਟੀ ਲਈ। ਧੰਨਵਾਦ ਕਰਦੇ ਹਾਂ, ਰੋਟੀ ਤੋੜੀ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰੀ ਫੇਰ ਤੇਰਾ ਧੰਨਵਾਦ ਕੀਤਾ, ਪਿਆਲਾ ਆਪਣੀ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੇ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਤੇ ਫੈਲੀ ਆਪਣੀ ਕਲੀਸਿਆ ਨੂੰ ਯਾਦ ਕਰ। ਇਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਦੇ ਅਗਨੈਲੋ ਅਤੇ ਸਾਰੇ ਪ੍ਰੋਹਤਾਂ ਨਾਲ ਪਿਆਰ ਦੀ ਸੰਪੂਰਨਤਾ ਦੇ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ। ਉਹਨਾਂ ਸਾਰੇ ਨੂੰ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਵੀ ਦਇਆ ਕਰ, ਤਾਂ ਜੋ ਧੰਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸ ਕੁਆਰੀ ਦੇ ਮੁਬਾਰਕਵਾਰ ਸੰਤ ਯੂਸਫ ਨਾਲ, ਧੰਨ ਰਸੂਲਾਂ ਨਾਲ, ਸਾਰੇ ਸੰਤਾਂ ਨਾਲ, ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਦੇ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ।
ਹੁਣ ਅਸੀਂ ਸਾਰੇ ਮਿਲ ਕੇ ਖੁਦਾ ਦਾ ਰਾਜ ਆਉਣ ਦੇ ਲਈ ਪ੍ਰਾਰਥਨਾ ਕਰੀਏ ਤੇ ਮਿਲ ਕੇ ਅਸੀਂ ਆਖੀਏ, ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਅਸਮਾਨ ਤੇ ਪੂਰੀ ਹੁੰਦੀ ਹੈ ਤੇ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ, ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਇਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਇੱਕ ਦੂਜੇ ਨੂੰ ਸ਼ਾਂਤੀ ਦਾ ਸਲਾਮ ਦੇਈਏ। ਐ ਲੀਲੇ ਖੁਦਾ ਦੇ, ਤੂੰ ਜਿਹੜੇ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜੇ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜੇ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੀਲਾ, ਇਹਨੂੰ ਵੇਖੋ ਜੋ ਦੁਨੀਆ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਧੰਨ ਹਾਂ ਅਸੀਂ ਸਾਰੇ ਜੋ ਇਸ ਲੀਲੇ ਦੇ ਭੋਜ ਦੇ ਲਈ ਸੱਦੇ ਗਏ ਹਾਂ। ਐ ਪ੍ਰਭੂ, ਮੈਂ ਸਿਉਤਾ ਨਹੀਂ ਹਾਂ ਕਿ ਤੂੰ ਮੇਰੀ ਸ਼ਬਦ ਤਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। आखिरी खाने दे यीशु खुद फरमाया है, अपना बदन लहू यीशु ने पिलाया है। आखिरी खाने दे यीशु खुद फरमाया है, अपना बदन लहू यीशु ने पिलाया है। सारे खाओ
ਅਸੀਂ ਪ੍ਰਾਰਥਨਾ ਕਰੀਏ। ਹੈ ਪੂਰੀ ਕੁਦਰਤ ਵਾਲੇ ਖੁਦਾ ਬਾਪ, ਸਾਨੂੰ ਇਹ ਪੱਕਾ ਯਕੀਨ ਦਿਵਾ ਦੇ ਕਿ ਤੇਰੇ ਬੇਟੇ ਦੀ ਸਲੀਬੀ ਮੌਤ ਦੇ ਰਾਹੀਂ, ਜਿਸ ਦੀ ਇਹ ਪਾਕ ਭੇਦ ਗਵਾਹੀ ਦਿੰਦੇ ਹਨ, ਅਸੀਂ ਅਨੰਤ ਜੀਵਨ ਹਾਸਲ ਕਰਾਂਗੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਜਾ ਚੁੱਕੀ ਹੈ, ਪ੍ਰਭੂ ਦੀ ਸ਼ਾਂਤੀ ਵਿੱਚ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ਯਾਦ ਕਰ ਇਹ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਾਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇ ਤੂੰ ਖਾਲੀ ਗਿਆ ਹੋਵੇ। ਐ ਕੁਆਰੀਆਂ ਦੀ ਅਤੇ ਮੇਰੀ ਮਾਂ, ਮੈਂ ਇਸ ਤਸੱਲੀ ਨਾਲ ਤੇਰੇ ਕੋਲ ਸੌਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦਿੱਤਰ ਹੋਏ ਕਲਾਮ ਦੀ ਮਾਂ, ਮੇਰੀ ਅਰਜ਼ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਸ਼ਾਂਤੀ ਦੀ ਰਾਣੀ ਕੁਆਰੀ ਮਾਂ ਮਰੀਮ, ਸਾਡੇ ਲਈ ਦੁਆ ਕਰ। ਵੇਖੋ ਸਲੀਬ ਯਿਸੂ ਮੋਢੇ ਤੇ ਚੜਾਈ ਜਾਂਦਾ, ਵੇਖੋ ਸਲੀਬ ਯਿਸੂ ਮੋਢੇ ਤੇ ਚੜਾਈ ਜਾਂਦਾ। ਪਾਪਾਂ ਦੀ ਕੈਦ ਵਿੱਚੋਂ ਪਾਪੀ ਛੁਡਾਈ ਜਾਂਦਾ, ਪਾਪਾਂ ਦੀ ਕੈਦ ਵਿੱਚੋਂ ਪਾਪੀ ਛੁਡਾਈ ਜਾਂਦਾ। ਘੋੜਿਆਂ ਦੀ ਮਾਰ ਨਾਲ ਪਿੰਡਾ ਉਹਦਾ ਹੋਇਆ ਲਾਲ, ਘੋੜਿਆਂ ਦੀ ਮਾਰ ਨਾਲ ਪਿੰਡਾ